ਹੈਲੋ ਸਟੂਡੈਂਟਸ, ਅੱਜ ਅਸੀਂ ਸੁਰਜੀਤ ਪਾਤਰ ਦੁਆਰਾ ਰਚਿਤ ਕਵਿਤਾ ਕਰਾਂਗੇ ਜਿਸ ਦਾ ਸਿਰਲੇਖ ਹੈ ਉਹ ਦਿਨ। ਸੁਰਜੀਤ ਪਾਤਰ ਐਸੇ ਕਵੀ ਹਨ ਜਿਨ੍ਹਾਂ ਨੂੰ ਉਹਨਾਂ ਦੀਆਂ ਰਚਨਾਵਾਂ ਲਈ ਪੰਜਾਬੀ ਬੋਲੀ ਨੂੰ ਉਹਨਾਂ ਦੀ ਮਹਾਨ ਦੇਣ ਕਾਰਨ ਪਦਮ ਸ਼੍ਰੀ ਦਾ ਐਵਾਰਡ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ। ਇਹ ਕਵਿਤਾ ਉਹ ਦਿਨ ਅਰਥਾਤ ਸਮੇਂ ਨਾਲ ਸੰਬੰਧਿਤ ਕਵਿਤਾ ਹੈ। ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਸਮਾਂ ਕਦੇ ਰੁਕਦਾ ਨਹੀਂ। ਇੱਕ ਵਾਰੀ ਹੱਥੋਂ ਲੰਘਿਆ ਸਮਾਂ ਮੁੜ ਕੇ ਹੱਥ ਆਉਂਦਾ ਨਹੀਂ। ਸਮੇਂ ਨੂੰ ਫੜਿਆ ਨਹੀਂ ਜਾ ਸਕਦਾ, ਪਰ ਜੇਕਰ ਅਸੀਂ ਸਮੇਂ ਦੀ ਸਹੀ ਵਰਤੋਂ ਕਰਦੇ ਹਾਂ ਤਾਂ ਉਸਨੂੰ ਸਮੇਂ ਦੇ ਫੜਨ ਦੇ ਬਰਾਬਰ ਕਿਹਾ ਜਾਂਦਾ ਹੈ। ਸੋ ਸਮੇਂ ਨੂੰ ਫੜਨ ਤੋਂ ਭਾਵ ਹੈ ਸਮੇਂ ਦੀ ਸਹੀ ਵਰਤੋਂ ਕਰਨਾ। ਸੋ ਕਵੀ ਨੇ ਇਸ ਕਵਿਤਾ ਰਾਹੀਂ ਇਹ ਸੰਦੇਸ਼ ਦਿੱਤਾ ਹੈ ਕਿ ਸਾਨੂੰ ਸਮੇਂ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ। ਬੜੇ ਹੀ ਸਰਲ ਢੰਗ ਨਾਲ ਕਵੀ ਨੇ ਇਸ ਕਵਿਤਾ ਰਾਹੀਂ ਸਮੇਂ ਦੇ ਮਹੱਤਵ ਬਾਰੇ ਸਾਨੂੰ ਪ੍ਰੇਰਿਤ ਕੀਤਾ ਹੈ। ਉਹ ਦਿਨ ਜੇ ਹੁਣ ਕਿਤੇ ਮਿਲੇ, ਮੈਂ ਉਸ ਦੇ ਚਿੱਟੇ ਹੰਸ ਜਿਹੇ ਜ਼ਖਮੀ ਪਿੰਡੇ ਤੇ ਮੱਲਮ ਲਾ ਦੇਵਾਂ। ਕਵੀ ਕਹਿ ਰਿਹਾ ਹੈ ਉਹ ਦਿਨ ਜਿਹੜਾ ਗੁਜ਼ਰ ਚੁੱਕਾ ਹੈ, ਜਿਸ ਦੇ ਉੱਤੇ ਮੈਂ ਕੁਝ ਲਿਖ ਨਹੀਂ ਸਕਿਆ, ਜਿਸ ਦੀ ਮੈਂ ਸਹੀ ਵਰਤੋਂ ਨਹੀਂ ਕਰ ਸਕਿਆ, ਚਿੱਟੇ ਹੰਸ ਵਾਂਗ ਉਹ ਕੋਰਾ ਦਿਨ ਜੋ ਮੇਰੇ ਹੱਥੋਂ ਲੰਘ ਗਿਆ ਹੈ, ਜੋ ਮੇਰੇ ਹੱਥੋਂ ਜ਼ਖਮੀ ਹੋ ਗਿਆ ਹੈ, ਜਿਸ ਵਿੱਚ ਮੈਂ ਕੋਈ ਵੀ ਸਦ ਉਪਯੋਗ ਕਰਕੇ ਚੰਗਾ ਕੰਮ ਨਹੀਂ ਕੀਤਾ। ਉਹ ਦਿਨ ਜੇ ਕਿਤੇ ਹੁਣ ਮੈਨੂੰ ਮਿਲ ਜਾਵੇ ਤੇ ਮੈਂ ਉਸ ਦੇ ਪਿੰਡੇ ਤੇ ਮੱਲਮ ਲਾ ਦੇਵਾਂ, ਅਰਥਾਤ ਮੈਂ ਸਮੇਂ ਨੂੰ ਨਸ਼ਟ ਕਰਕੇ ਸਮੇਂ ਨੂੰ ਜ਼ਖਮੀ ਕੀਤਾ। ਉਹ ਦਿਨ ਜੋ ਮੈਂ ਨਸ਼ਟ ਕਰ ਚੁੱਕਾ ਹਾਂ, ਜੇਕਰ ਮੈਨੂੰ ਹੁਣ ਮਿਲ ਜਾਵੇ ਤੇ ਮੈਂ ਮੱਲਮ ਲਾ ਦੇਵਾਂ, ਅਰਥਾਤ ਹੁਣ ਮੈਨੂੰ ਉਸ ਦੀ ਅਹਿਮੀਅਤ ਸਮਝ ਆ ਰਹੀ ਹੈ। ਜੇਕਰ ਮੈਂ ਉਸ ਗੁਜ਼ਰੇ ਹੋਏ ਸਮੇਂ ਤੇ ਸਹੀ ਸਮੇਂ ਤੇ ਆਪਣਾ ਕੰਮ ਕੀਤਾ ਹੁੰਦਾ ਤੇ ਅੱਜ ਅਫਸੋਸ ਨਾ ਕਰਨਾ ਪੈਂਦਾ। ਜਦੋਂ ਅਸੀਂ ਸਮੇਂ ਅਨੁਸਾਰ ਕੰਮ ਨਹੀਂ ਕਰਦੇ, ਸਮੇਂ ਅਨੁਸਾਰ ਅਸੀਂ ਇਮਤਿਹਾਨ ਦੀ ਤਿਆਰੀ ਨਹੀਂ ਕਰਦੇ ਤੇ ਸਮਾਂ ਬੀਤ ਜਾਣ ਤੇ ਸਾਨੂੰ ਅਫਸੋਸ ਕਰਨਾ ਪੈਂਦਾ ਹੈ, ਕਾਸ਼ ਅਸੀਂ ਉਸ ਸਮੇਂ ਤੇ ਸਹੀ ਸਮੇਂ ਤੇ ਆਪਣਾ ਪਾਠ ਯਾਦ ਕਰ ਲਿਆ ਹੁੰਦਾ ਤੇ ਸਾਡਾ ਇਮਤਿਹਾਨ ਵਧੀਆ ਹੋ ਜਾਣਾ ਸੀ। ਸੋ ਕਵੀ ਇੱਥੇ ਇਹੀ ਸਮਝਾਉਣਾ ਚਾਹ ਰਿਹਾ ਹੈ ਕਿ ਜੇਕਰ ਉਹ ਬੀਤਿਆ ਸਮਾਂ ਜੋ ਮੈਂ ਨਸ਼ਟ ਕਰ ਚੁੱਕਾ ਹਾਂ, ਜੋ ਮੈਂ ਆਪਣੇ ਹੱਥੀਂ ਜ਼ਖਮੀ ਕਰ ਚੁੱਕਾ ਹਾਂ, ਜੇਕਰ ਕਿਤੇ ਉਹ ਮੈਨੂੰ ਮਿਲ ਜਾਵੇ, ਮੈਂ ਉਸ ਦੇ ਜ਼ਖਮੀ ਪਿੰਡੇ ਉੱਤੇ ਮੱਲਮ ਲਾ ਦੇਵਾਂ। ਮੈਂ ਉਸ ਨਸ਼ਟ ਕੀਤੇ ਸਮੇਂ ਤੇ ਆਪਣੇ ਚੰਗੇ ਕੰਮ ਕਰਕੇ ਉਸ ਤੇ ਮੱਲਮ ਲਾ ਸਕਾਂ। ਪਰ ਦਿਨ ਕੋਈ ਘਰੋਂ ਰੁੱਸ ਕੇ ਗਿਆ ਜੀ ਤਾਂ ਨਹੀਂ, ਜਿਸ ਦੀ ਕਦੀ ਕਿਤੇ ਦੱਸ ਪਵੇ ਕਦੀ ਕਿਤੇ। ਜਿਵੇਂ ਘਰੋਂ ਕੋਈ ਬੱਚਾ ਰੁੱਸ ਕੇ ਚਲਾ ਜਾਂਦਾ ਹੈ ਤੇ ਉਸ ਦੀ ਭਾਲ ਕੀਤੀ ਜਾਂਦੀ ਹੈ ਤੇ ਲੋਕ ਦੱਸਦੇ ਹਨ ਅਸੀਂ ਉਹਨੂੰ ਉੱਥੇ ਵੇਖਿਆ ਸੀ, ਅਸੀਂ ਉਹਨੂੰ ਉੱਥੇ ਵੇਖਿਆ ਸੀ। ਕਵੀ ਕਹਿ ਰਿਹਾ ਹੈ ਦਿਨ ਘਰੋਂ ਰੁੱਸ ਕੇ ਗਏ ਹੋਏ ਜੀ ਵਾਂਗ ਤਾਂ ਨਹੀਂ ਹੈ, ਜਿਹਦੀ ਕਿਤੇ ਦੱਸ ਪੈ ਜਾਵੇ ਕਿ ਉਹ ਉੱਥੇ ਹੈ, ਉੱਥੋਂ ਲੈ ਆਓ, ਉੱਥੇ ਹੈ, ਉੱਥੋਂ ਲੈ ਆਓ। ਸੋ ਕਵੀ ਕਹਿ ਰਿਹਾ ਬੜੇ ਅਫਸੋਸ ਦੀ ਗੱਲ ਹੈ, ਗੁਜ਼ਰਿਆ ਹੋਇਆ ਦਿਨ, ਗੁਜ਼ਰਿਆ ਹੋਇਆ ਸਮਾਂ ਘਰ ਦੇ ਜੀ ਵਾਂਗ ਨਹੀਂ ਹੈ, ਜਿਸ ਨੂੰ ਫੜ ਕੇ ਲਿਆਂਦਾ ਜਾ ਸਕੇ, ਜਿਸ ਬਾਰੇ ਕੋਈ ਦੱਸ ਪਾ ਸਕੇ ਤੇ ਫਿਰ ਕਿਸੇ ਸ਼ਾਮ ਉਹ ਫਟੇ ਹਾਲ ਘਰ ਆ ਜਾਵੇ। ਘਰੋਂ ਰੁੱਸ ਕੇ ਗਿਆ ਜੀ ਕਿਸੇ ਵੇਲੇ ਵਾਪਸ ਵੀ ਆ ਸਕਦਾ ਹੈ, ਪਰ ਨਸ਼ਟ ਹੋਇਆ ਸਮਾਂ, ਹੱਥੋਂ ਗੁਜ਼ਰਿਆ ਦਿਨ ਜੋ ਆਪਣੇ ਹੱਥੀਂ ਜ਼ਖਮੀ ਕਰ ਦਿੱਤਾ ਗਿਆ, ਨਸ਼ਟ ਕਰ ਦਿੱਤਾ ਗਿਆ, ਉਹ ਹੁਣ ਵਾਪਸ ਨਹੀਂ ਆ ਸਕਦਾ। ਉਹ ਘਰੋਂ ਰੁੱਸ ਕੇ ਜੀ ਵਾਂਗ ਨਹੀਂ ਹੈ ਜੋ ਕਿਸੇ ਵੇਲੇ ਫਟੇ ਹਾਲ ਸ਼ਾਮ ਨੂੰ ਵਾਪਸ ਆ ਜਾਏਗਾ। ਇਹ ਦਿਨ ਜੋ ਇੱਕ ਵਾਰੀ ਗੁਜ਼ਰ ਗਿਆ, ਇਹ ਵਾਪਸ ਨਹੀਂ ਆ ਸਕਦਾ, ਫਿਰ ਤਾਂ ਅਫਸੋਸ ਹੀ ਕਰਨਾ ਰਹਿ ਜਾਂਦਾ ਹੈ। ਜਾਂ ਕਿਸੇ ਸਟੇਸ਼ਨ ਤੇ ਗੱਡੀ ਉਡੀਕਦਾ ਮਿਲ ਜਾਵੇ, ਘਰੋਂ ਰੁੱਸ ਕੇ ਗਿਆ ਜੀ ਉਹਦੀ ਕਿਤੇ ਨਾ ਕਿਤੇ ਦੱਸ ਪਾਈ ਜਾਂਦੀ ਹੈ, ਜਾਂ ਕਿਤੇ ਉਹ ਰੇਲਵੇ ਸਟੇਸ਼ਨ ਤੇ ਗੱਡੀ ਚੜ੍ਹਨ ਲਈ ਤਿਆਰ ਮਿਲ ਜਾਂਦਾ ਹੈ ਤੇ ਉਸਨੂੰ ਫੜ ਕੇ ਅਸੀਂ ਲਿਆ ਸਕਦੇ ਹਾਂ। ਪਰ ਗੁਜ਼ਰਿਆ ਹੋਇਆ ਦਿਨ ਘਰੋਂ ਰੁੱਸ ਕੇ ਗਏ ਜੀ ਵਾਂਗ ਨਹੀਂ ਹੈ, ਜਿਸ ਨੂੰ ਕਿ ਅਸੀਂ ਬੁਲਾ ਲਿਆਵਾਂਗੇ, ਫੜ ਲਿਆਵਾਂਗੇ। ਦਿਨ ਕੋਈ ਘਰੋਂ ਰੁੱਸ ਕੇ ਗਏ ਜੀ ਤਾਂ ਨਹੀਂ, ਦਿਨ ਤਾਂ ਸਾਡੇ ਹੱਥੋਂ ਮਰਿਆਂ ਦੇ ਕਰਾਉਂਦੇ ਪ੍ਰੇਤ ਹਨ। ਜੋ ਸਮਾਂ ਗੁਜ਼ਰ ਗਿਆ ਉਹ ਭੂਤਕਾਲ ਬਣ ਗਿਆ। ਸੋ ਦਿਨ ਸਾਡੇ ਹੱਥੋਂ ਮਰਿਆ ਹੋਇਆ ਪ੍ਰੇਤ ਹੈ, ਉਹ ਹੁਣ ਸਾਡੇ ਹੱਥ ਨਹੀਂ ਆ ਸਕਦਾ, ਉਹ ਦੁਬਾਰਾ ਜੀਵਤ ਨਹੀਂ ਹੋ ਸਕਦਾ। ਜਿਹਨੂੰ ਅਸੀਂ ਆਪਣੇ ਹੱਥੀਂ ਮਾਰ ਕੇ ਪ੍ਰੇਤ ਰੂਪ ਬਣਾ ਦਿੱਤਾ, ਭੂਤਕਾਲ ਵਿੱਚ ਪਹੁੰਚਾ ਦਿੱਤਾ, ਉਹ ਹੁਣ ਦੁਬਾਰਾ ਜੀਵਿਤ ਨਹੀਂ ਹੋ ਸਕਦਾ। ਜਿਨ੍ਹਾਂ ਦੇ ਜ਼ਖਮਾਂ ਤੱਕ ਹੁਣ ਸਾਡੇ ਹੱਥ ਨਹੀਂ ਪਹੁੰਚਦੇ, ਹੁਣੇ ਬੀਤੀ ਕੱਲ ਤੀਕ
ਸਦੀਆਂ ਤੀਕ ਵੀ ਨਹੀਂ ਪਹੁੰਚਦੀ ਅੱਜ ਦੀ ਚੀਕ। ਸੋ ਦਿਨ ਜਿਹੜੇ ਹਨ ਜੋ ਸਾਡੇ ਹੱਥੋਂ ਗੁਜ਼ਰ ਚੁੱਕੇ ਹਨ, ਸਾਡੇ ਹੱਥੋਂ ਜ਼ਖਮੀ ਹੋ ਚੁੱਕੇ ਹਨ, ਉਹਨਾਂ ਜ਼ਖਮਾਂ 'ਤੇ ਮੱਲਮ ਲਾਉਣ ਲਈ ਸਾਡੇ ਹੱਥ ਉਹਨਾਂ ਤੱਕ ਨਹੀਂ ਪਹੁੰਚ ਸਕਦੇ। ਗੁਜ਼ਰੇ ਹੋਏ ਸਮੇਂ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਵਾਪਸ ਨਹੀਂ ਲਿਆ ਸਕਦੇ। ਨਾ ਹੁਣੇ ਬੀਤੇ ਕੱਲ੍ਹ ਨੂੰ ਲਿਆ ਸਕਦੇ ਹਾਂ, ਨਾ ਹੁਣੇ ਬੀਤੇ ਪਲ ਨੂੰ ਲਿਆ ਸਕਦੇ ਹਾਂ। ਸਦੀਆਂ ਤੱਕ ਵੀ ਸਾਡੀ ਚੀਕ, ਸਾਡੀ ਆਵਾਜ਼ ਉਸ ਗੁਜ਼ਰੇ ਹੋਏ ਸਮੇਂ ਤੱਕ ਨਹੀਂ ਪਹੁੰਚ ਸਕਦੀ। ਉਸ ਨੂੰ ਸਾਡੀ ਜ਼ਿੰਦਗੀ ਵਿੱਚ ਵਾਪਸ ਕਿਸੇ ਕੀਮਤ 'ਤੇ ਵੀ ਨਹੀਂ ਲਿਆ ਸਕਦੀ। ਸੋ ਇਸ ਕਵਿਤਾ ਰਾਹੀਂ ਕਵੀ ਨੇ ਸਮੇਂ ਦੇ ਬਾਰੇ ਗੱਲ ਕੀਤੀ ਹੈ। ਸਾਨੂੰ ਆਪਣਾ ਸਮਾਂ ਨਸ਼ਟ ਨਹੀਂ ਕਰਨਾ ਚਾਹੀਦਾ। ਇੱਕ ਵਾਰੀ ਹੱਥੋਂ ਲੰਘਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਣਾ ਅਤੇ ਫਿਰ ਪਛਤਾਉਣਾ ਹੀ ਪੈਂਦਾ ਹੈ। ਸੋ ਚੰਗਾ ਹੈ ਕਿ ਅਸੀਂ ਆਪਣੇ ਸਮੇਂ ਦੀ ਸਹੀ ਵਰਤੋਂ ਕਰੀਏ, ਉਸ ਨੂੰ ਆਪਣੇ ਹੱਥੀਂ ਜ਼ਖਮੀ ਨਾ ਕਰੀਏ, ਉਸ ਨੂੰ ਪ੍ਰੇਤ ਨਾ ਬਣਨ ਦੇਈਏ। ਉਸ ਸਮੇਂ ਵਿੱਚ ਸੁਚੱਜੀ ਵਰਤੋਂ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰੀਏ। ਥੈਂਕ ਯੂ।